ਹੈਲੋ ਫਰੈਂਡਸ, ਅੱਜ ਅਸੀਂ 10ਵੀਂ ਕਲਾਸ ਦੇ ਪਹਿਲੇ ਚੈਪਟਰ ਜਿਸ ਦਾ ਨਾਮ ਹੈ ਵਾਸਤਵਿਕ ਸੰਖਿਆਵਾਂ ਦੇ ਬਾਰੇ ਗੱਲ ਕਰਾਂਗੇ। ਵਾਸਤਵਿਕ ਸੰਖਿਆਵਾਂ ਕੀ ਹੁੰਦੀਆਂ ਹਨ, ਪਹਿਲਾਂ ਆਪਾਂ ਇਸ ਬਾਰੇ ਚਰਚਾ ਕਰਾਂਗੇ। ਵਾਸਤਵਿਕ ਸੰਖਿਆਵਾਂ ਦਾ ਜਿਹੜਾ ਪੂਰਾ ਸਿਧਾਂਤ ਹੈ ਅਸੀਂ 9ਵੀਂ ਕਲਾਸ ਵਿੱਚ ਪੜ੍ਹ ਕੇ ਆ ਚੁੱਕੇ ਹਨ। ਅਸੀਂ ਦੇਖਿਆ ਵਾਸਤਵਿਕ ਸੰਖਿਆਵਾਂ ਇੱਕ ਬਹੁਤ ਸਾਰੀਆਂ ਸੰਖਿਆਵਾਂ ਦਾ ਸਮੂਹ ਹੁੰਦਾ ਜਿਹਨੂੰ ਆਪਾਂ ਇਕੱਠ ਬੋਲਦੇ ਹਾਂ, ਜਿਸ ਦੇ ਵਿੱਚ ਪ੍ਰਕਿਰਤਿਕ ਸੰਖਿਆਵਾਂ, ਪੂਰਨ, ਸੰਪੂਰਨ, ਧਨਾਤਮਕ, ਰਣਾਤਮਕ, ਪ੍ਰਮੇਯ, ਅਪਰਿਮੇਯ, ਇਹ ਸਾਰੀਆਂ ਸੰਖਿਆਵਾਂ ਇਸ ਵਾਸਤਵਿਕ ਸੰਖਿਆਵਾਂ ਦੇ ਵਿੱਚ ਆਉਂਦੀਆਂ ਹਨ। ਇਹ ਸਾਰਾ ਕੁਝ ਅਸੀਂ 9ਵੀਂ ਕਲਾਸ ਵਿੱਚ ਬੜਾ ਚੰਗੀ ਤਰ੍ਹਾਂ ਪੜ੍ਹਿਆ ਹੈ। ਇਸ ਕਲਾਸ ਵਿੱਚ ਆਪਾਂ ਜੋ ਅੱਜ ਪੜ੍ਹਨ ਜਾ ਰਹੇ ਹਾਂ ਉਸ ਦਾ ਪਹਿਲਾ ਟੌਪਿਕ ਇਹ ਹੈ ਜਿਸ ਨੂੰ ਅਸੀਂ ਬੋਲਦੇ ਹਾਂ ਯੂਕਲਿਡ ਵੰਡ ਪ੍ਰਮੇਯ। ਅਸੀਂ ਅੱਜ ਕੀ ਪੜ੍ਹਨ ਜਾ ਰਹੇ ਹਾਂ? ਯੂਕਲਿਡ ਵੰਡ ਪ੍ਰਮੇਯ। ਇਹ ਵਾਸਤਵਿਕ ਸੰਖਿਆਵਾਂ ਦਾ ਪਹਿਲਾ ਟੌਪਿਕ ਹੈ ਜਿਸ ਨੂੰ ਅਸੀਂ ਬੋਲਦੇ ਹਾਂ ਯੂਕਲਿਡ ਵੰਡ ਪ੍ਰਮੇਯ। ਹੁਣ ਆਪਾਂ ਇਹ ਦੇਖਣਾ ਕਿ ਯੂਕਲਿਡ ਵੰਡ ਪ੍ਰਮੇਯ ਹੁੰਦੀ ਕੀ ਹੈ। ਯੂਕਲਿਡ ਵੰਡ ਪ੍ਰਮੇਯ ਇੱਕ ਤਰ੍ਹਾਂ ਦਾ ਵੰਡ ਜਿਹਨੂੰ ਅਸੀਂ ਬੋਲਦੇ ਹਾਂ ਇੱਕ ਤਰ੍ਹਾਂ ਦਾ ਭਾਗ। ਇਹ ਇੱਕ ਭਾਗ ਦਾ ਸਿਧਾਂਤ ਸੀ ਜਿਸ ਨੂੰ ਮੈਥ ਦੇ ਵਿੱਚ ਯੂਕਲਿਡ ਨੇ ਬਹੁਤ ਚੰਗੀ ਤਰ੍ਹਾਂ ਮਤਲਬ ਕਹਿ ਸਕਦੇ ਹਾਂ ਕਿ ਉਹਨਾਂ ਨੇ ਇਸ ਨੂੰ ਮੈਥ ਦੀ ਭਾਸ਼ਾ ਦੇ ਵਿੱਚ ਮਤਲਬ ਮੈਥ ਦੀ ਲੈਂਗੁਏਜ ਦੇ ਵਿੱਚ ਐਕਸਪਲੇਨ ਕੀਤਾ। ਪਹਿਲਾਂ ਤਾਂ ਅਸੀਂ ਇਹ ਦੇਖਦੇ ਹਾਂ ਕਿ ਵੰਡ ਜਿਹਨੂੰ ਆਪਾਂ ਇੱਕ ਕੀ ਬੋਲਦੇ ਹਾਂ ਭਾਗ ਹੁੰਦਾ ਕੀ ਹੈ। ਭਾਗ ਬੇਸਿਕਲੀ 16/5 ਜਿਵੇਂ ਇੱਕ ਵਰਡ ਲਿਖਿਆ ਮੈਂ, ਇਸ ਨੂੰ ਅਸੀਂ ਭਾਗ ਕਰਨਾ ਹੈ। ਇਸ ਨੂੰ ਅਸੀਂ ਭਾਗ ਕਰਨ ਲਈ ਕੀ ਕਰਦੇ ਹੁੰਦੇ ਸੀਗੇ? ਛੋਟੀ ਕਲਾਸ 'ਚ ਆਪਾਂ ਪੜ੍ਹਿਆ 16 ਨੂੰ ਆਪਾਂ ਅੰਦਰ ਰੱਖ ਦਿੰਦੇ ਸੀਗੇ, 5 ਨੂੰ ਆਪਾਂ ਬਾਹਰ। ਫਿਰ ਆਪਾਂ ਦੇਖਦੇ ਸੀ 5 ਦੇ ਪਹਾੜੇ 'ਤੇ ਮਤਲਬ ਇਹ ਸੰਖਿਆ ਕਿੱਥੇ ਵੰਡੀ ਜਾਏਗੀ। ਇਹ ਆਪਾਂ ਦੇਖਿਆ ਵੀ 3 'ਤੇ ਵੰਡੇਗੀ, 5 ਤੀਏ 15 ਅਤੇ ਨੀਚੇ ਆਪਣੇ ਕੋਲ 1 ਬਚ ਗਿਆ। ਹੁਣ ਜੇ ਅਸੀਂ ਇਸੀ ਚੀਜ਼ ਨੂੰ ਜਿਹੜੀ ਚੀਜ਼ ਆਪਾਂ ਇਹ ਕੀਤੀ ਹੈ, ਅਸੀਂ ਇਸ ਚੀਜ਼ ਨੂੰ ਇੱਕ ਮਤਲਬ ਇੱਕ ਨੰਬਰ ਇੱਕ ਭਾਸ਼ਾ ਵਿੱਚ ਲਿਖਦੇ ਸੀ। ਜਿਵੇਂ ਆਪਾਂ ਬੋਲਦੇ ਹੁੰਦੇ ਸੀ ਕਿ ਇੱਥੇ 16 ਸਾਡੇ ਕੋਲ ਕੀ ਹੁੰਦਾ ਸੀ? ਭਾਜਫਲ, ਮਤਲਬ ਇਹ ਹੁੰਦਾ ਸੀ ਜਿਸ ਨੂੰ ਅਸੀਂ ਭਾਗ ਕਰਨਾ ਹੈ। ਔਰ 5 ਕੀ ਹੁੰਦਾ ਸੀ ਸਾਡੇ ਕੋਲ? ਭਾਜਕ, ਮਤਲਬ ਜਿਸ ਨਾਲ ਅਸੀਂ ਭਾਗ ਕਰਨਾ ਹੈ। 3 ਕੀ ਆਉਂਦਾ ਸੀ ਸਾਡੇ ਕੋਲ? ਭਾਗਫਲ, ਮਤਲਬ ਜਿਸ 'ਤੇ ਇਹ ਵੰਡੀ ਗਈ। ਅਤੇ ਲਾਸਟ ਵਿੱਚ ਇੱਕ ਨੰਬਰ ਰਹਿ ਗਿਆ ਜਿਸ ਨੂੰ ਆਪਾਂ ਇੱਕ ਜਿੱਥੇ ਆਇਆ ਉਸ ਨੂੰ ਆਪਾਂ ਬੋਲਦੇ ਸੀਗੇ ਬਾਕੀ। ਮਤਲਬ ਇਹ ਜਿਹੜੀਆਂ ਚੀਜ਼ਾਂ ਸੀਗੀਆਂ ਇਹ ਸਾਰੀਆਂ ਚੀਜ਼ਾਂ ਆਪਾਂ ਛੋਟੀਆਂ ਕਲਾਸਾਂ ਵਿੱਚ ਬਹੁਤ ਚੰਗੀ ਤਰ੍ਹਾਂ ਪੜ੍ਹੀਆਂ ਆ। ਮਤਲਬ ਸਾਨੂੰ ਕੋਈ ਦੱਸਣ ਦੀ ਲੋੜ ਨਹੀਂ ਹੈ ਕਿ ਇਹਨਾਂ ਵਿੱਚ ਹੁੰਦਾ ਕੀ ਹੈ ਅਤੇ ਇਹ ਕੀ ਨਹੀਂ ਹੁੰਦੀਆਂ ਸੀਗੀਆਂ। ਅਸੀਂ ਇਸ ਤੋਂ ਹਟ ਕੇ ਕੁਛ ਪੜ੍ਹਨਾ ਅਤੇ ਫਿਰ ਆਪਾਂ ਨੂੰ ਇੱਕ ਚੀਜ਼ ਬੋਲੀ ਜਾਂਦੀ ਸੀ ਕਿ ਇਸ ਨੂੰ ਜਾਂਚ ਕਰਨੀ ਹੈ। ਮਤਲਬ ਜਾਂਚ ਕਰਨੀ ਹੈ, ਮਤਲਬ ਆਪਾਂ ਇਹ ਦੇਖਣਾ ਕਿ ਜੋ ਆਪਾਂ ਰਿਜ਼ਲਟ ਇਹ ਬਣਾਇਆ ਹੈ 5, 16, 3, 1 ਕਿਆ ਇਹ ਆਪਸ 'ਚ ਸਹੀ ਹੈ। ਅਤੇ ਉਹ ਆਪਾਂ ਕਿੱਦਾਂ ਕਰਦੇ ਹੁੰਦੇ ਸੀਗੇ? ਭਾਗਫਲ ਨੂੰ ਆਪਾਂ ਇੱਕ ਸਾਈਡ 'ਤੇ ਰੱਖਦੇ ਸੀਗੇ। ਫਿਰ ਉਸ ਨੂੰ ਆਪਾਂ ਭਾਜਕ ਗੁਣਾ ਆਪਾਂ ਕਿਹਦੇ ਨਾਲ ਗੁਣਾ ਕਰਦੇ ਸੀਗੇ? ਭਾਗਫਲ ਦੇ ਨਾਲ। ਜਮ੍ਹਾਂ ਕਰਦੇ ਸੀ ਉਹਦੇ ਵਿੱਚ ਬਾਕੀ। ਤਾਂ ਜਦੋਂ ਆਪਾਂ ਇਸ ਨੂੰ ਹੱਲ ਕਰਕੇ ਦੇਖਦੇ ਸੀ ਤਾਂ ਸਾਡੇ ਕੋਲ ਕਿੰਨਾ ਆ ਗਿਆ? 15 ਜਮ੍ਹਾਂ 1, 15 ਜਮ੍ਹਾਂ 1 ਬਰਾਬਰ ਹੈ ਮਤਲਬ 16। ਤਾਂ ਇਹ ਸਾਡਾ ਸਿਧਾਂਤ ਸਹੀ ਹੋ ਜਾਂਦਾ ਸੀ। ਅਤੇ ਆਪਾਂ ਇੱਥੇ ਕੀ ਬੋਲਦੇ ਸੀਗੇ ਕਿ ਜਿਹੜਾ ਸਾਡਾ ਭਾਜਫਲ ਹੈ ਮਤਲਬ ਜਿਸ ਨੂੰ ਅਸੀਂ ਭਾਗ ਕਰਨਾ ਹੈ ਉਹ ਕਿਹਦੇ ਬਰਾਬਰ ਹੁੰਦਾ ਸੀਗਾ? ਭਾਜਕ ਗੁਣਾ ਭਾਗਫਲ ਜਮ੍ਹਾਂ ਬਾਕੀ ਦੇ। ਇਹ ਚੀਜ਼ ਆਪਾਂ ਨੂੰ ਛੋਟੀ ਕਲਾਸ ਆਪਾਂ 9ਵੀਂ 'ਚ ਵੀ ਪੜ੍ਹੀ ਹੈ ਕਿ ਆਪਾਂ ਇਹਨੂੰ ਸਿਧਾਂਤ ਆਪਾਂ ਬੋਲਦੇ ਹੁੰਦੇ ਸੀ। ਇਸੀ ਚੀਜ਼ ਨੂੰ ਮਤਲਬ ਭਾਜਫਲ ਬਰਾਬਰ ਭਾਜਕ ਗੁਣਾ ਭਾਗਫਲ ਜਮ੍ਹਾਂ ਬਾਕੀ, ਇਸੀ ਚੀਜ਼ ਨੂੰ
ਸਾਡੇ ਮੈਥਾਮੈਟੀਸ਼ੀਅਨ ਮਤਲਬ ਜਿਸ ਨੂੰ ਆਪਾਂ ਬੋਲਦੇ ਹਾਂ ਯੂਕਲਿਡ, ਉਹਨਾਂ ਨੇ ਇਹਨੂੰ ਇੱਕ ਮੈਥ ਦੀ ਭਾਸ਼ਾ ਵਿੱਚ ਐਕਸਪਲੇਨ ਕੀਤਾ। ਕੀ ਐਕਸਪਲੇਨ ਕੀਤਾ ਉਹਨਾਂ ਨੇ ਕਿ ਦਿੱਤੀਆਂ ਹੋਈਆਂ, ਕੀ ਐਕਸਪਲੇਨ ਕੀਤਾ, ਦਿੱਤੀਆਂ ਹੋਈਆਂ ਦੋ ਧਨਾਤਮਕ ਸੰਪੂਰਨ ਸੰਖਿਆਵਾਂ A ਅਤੇ B ਲਈ ਦੋ ਵਿਲੱਖਣ, ਇੱਥੇ ਇੱਕ ਵਰਡ ਆ ਰਿਹਾ ਹੈ ਵਿਲੱਖਣ, ਮਤਲਬ ਦੋ ਵਿਲੱਖਣ ਪੂਰਨ ਸੰਖਿਆਵਾਂ Q ਅਤੇ R ਹੁੰਦੀਆਂ ਹਨ ਕਿ A ਬਰਾਬਰ ਹੈ B ਗੁਣਾ Q ਜਮਾ R, ਜਿੱਥੇ 0 ਲੈਸ ਦੈਨ R ਲੈਸ ਦੈਨ B ਹੁੰਦਾ ਹੈ। ਇਹ ਬਸ ਸਮਝਣਾ ਥੋੜ੍ਹਾ ਜਿਹਾ ਇੱਥੇ, ਬਸ ਹੁਣ ਆਪਾਂ ਮਤਲਬ ਇਸ ਚੀਜ਼ ਨੂੰ, ਮਤਲਬ ਇਸ ਲਾਈਨ ਨੂੰ ਭਾਜਫਲ ਬਰਾਬਰ ਭਾਜਕ ਗੁਣਾ ਭਾਗਫਲ ਜਮਾ ਬਾਕੀ, ਉਹਨਾਂ ਨੇ ਯੂਕਲਿਡ ਨੇ ਇੱਕ ਵੰਡ ਪ੍ਰਮੇୟ ਬਣਾਤੀ ਕਿ ਦਿੱਤੀਆਂ ਹੋਈਆਂ ਦੋ ਧਨਾਤਮਕ ਸੰਪੂਰਨ ਸੰਖਿਆਵਾਂ A ਅਤੇ B, ਮਤਲਬ ਉਹਨਾਂ ਨੇ ਇੱਥੇ ਬੋਲਿਆ ਵੀ ਦੋ ਸੰਖਿਆਵਾਂ ਸਾਡੇ ਕੋਲ A ਅਤੇ B ਹੈ, ਲਈ ਦੋ ਵਿਲੱਖਣ, ਮਤਲਬ ਵਿਲੱਖਣ ਦਾ ਮਤਲਬ ਅਲੱਗ ਅਲੱਗ, ਮਤਲਬ ਉਹ ਸੇਮ ਹੋ ਵੀ ਸਕਦੀਆਂ ਨਹੀਂ ਵੀ ਹੋ ਸਕਦੀਆਂ, ਪਰ ਉਹ ਅਲੱਗ ਅਲੱਗ ਬੋਲ ਰਹੀ ਹੈ। Q ਅਤੇ R ਹੁੰਦੀਆਂ ਹਨ, ਮਤਲਬ Q ਅਤੇ R ਜਿਵੇਂ ਇੰਗਲਿਸ਼ ਆਇਆ ਤਾਂ ਇਹ ਮਤਲਬ ਅਲੱਗ ਅਲੱਗ ਹੈ ਕਿ A ਬਰਾਬਰ B ਗੁਣਾ Q ਜਮਾ R ਹੈ ਕੁਛ ਨਹੀਂ ਹੈ। ਜੇ ਆਪਾਂ ਇਸ ਨੂੰ ਸਮਝੀਏ ਥੋੜ੍ਹਾ ਜਿਹਾ, A ਨੂੰ ਆਪਾਂ ਇੱਥੇ ਕੀ ਬੋਲਾਂਗੇ, ਜਿਹੜੀ ਚੀਜ਼ ਨੂੰ ਅਸੀਂ ਵੰਡਣਾ ਹੈ, ਮਤਲਬ ਭਾਜਫਲ। B ਨੂੰ ਆਪਾਂ ਇੱਥੇ ਕੀ ਸਮਝਾਂਗੇ, B ਜਿਸ ਦੇ ਨਾਲ ਵੰਡਣਾ ਹੈ, ਮਤਲਬ ਭਾਜਕ। B ਨੂੰ ਆਪਾਂ Q ਨੂੰ ਆਪਾਂ ਕੀ ਸਮਝਾਂਗੇ, ਇੱਥੇ ਆਪਾਂ ਹੁਣ Q ਨੂੰ ਆਪਾਂ ਕੀ ਸਮਝਾਂਗੇ, ਭਾਗਫਲ, ਮਤਲਬ ਜਿਸ 'ਤੇ ਵੰਡੀ ਗਈ। ਅਤੇ R ਨੂੰ ਆਪਾਂ ਕੀ ਸਮਝਾਂਗੇ, ਬਾਕੀ। ਉਹਨਾਂ ਨੇ ਇਸ ਚੀਜ਼ ਨੂੰ ਮਤਲਬ ਇੱਕ ਇੰਗਲਿਸ਼ ਦੀ ਭਾਸ਼ਾ ਵਿੱਚ ਲਿਖਤਾ। ਹੁਣ ਜਿਵੇਂ ਆਪਾਂ ਉੱਪਰ ਇੱਕ ਉਦਾਹਰਨ ਕੀਤੀ ਸੀ ਕਿ 16 ਨੂੰ 5 ਨਾਲ ਜਦੋਂ ਅਸੀਂ ਭਾਗ ਕੀਤਾ ਸੀਗਾ ਤਾਂ ਇੱਥੇ A ਕਿੰਨਾ ਬਣ ਗਿਆ ਸਾਡੇ 16, B ਮਤਲਬ ਜਿਸ ਨਾਲ ਅਸੀਂ ਭਾਗ ਕੀਤਾ ਸੀ ਉਹ ਕਿੰਨਾ ਸੀਗਾ 5, ਮਤਲਬ ਕਿਸ 'ਤੇ ਵੰਡਿਆ ਗਿਆ ਸੀਗਾ 3 'ਤੇ, ਅਤੇ ਬਾਕੀ ਸਾਡਾ ਕਿੰਨਾ ਆ ਗਿਆ ਸੀਗਾ 1। ਉਹਨਾਂ ਨੇ ਇੱਕ ਲੈਂਗੁਏਜ ਦੱਸਤੀ ਮੈਥਸ ਦੀ, A = B × Q + R। ਪਰ ਹੁਣ ਇੱਕ ਮੇਨ ਚੀਜ਼ ਜਿਹੜੀ ਆਪਾਂ ਦੱਸਣੀ ਆ ਤੁਹਾਨੂੰ, ਇਹ ਚੀਜ਼ ਜਿਸ 'ਤੇ ਮੈਂ ਬਰੈਕਟ ਪਾ ਰਿਹਾ ਕਿ ਜਿਹੜੀ R ਦਾ ਮੁੱਲ ਹੈ 0 ਲੈਸ ਦੈਨ = ਲੈਸ ਦੈਨ B, ਮਤਲਬ ਇਹਦੇ ਵਿੱਚ ਹੈ। ਮਤਲਬ ਇਹ ਚੀਜ਼ ਆਪਾਂ ਹੁੰਦੀ ਕੀ ਹੈ ਮੈਂ ਤੁਹਾਨੂੰ ਉਹ ਦੱਸਣ ਲੱਗਿਆ। ਹੁਣ ਇੱਥੇ ਮੰਨ ਲਓ ਅਸੀਂ ਮਤਲਬ ਆਪਾਂ ਇੱਕ ਨੰਬਰ ਨੂੰ ਭਾਗ ਕਰਦੇ ਹਾਂ, ਜਿਵੇਂ ਮੰਨ ਲਓ ਆਪਾਂ ਕੋਈ ਨੰਬਰ ਲਿਖਦੇ ਹਾਂ 16/3, 17/3, 18/3। ਇੱਥੇ ਮੈਂ ਕੀ ਕਰ ਰਿਹਾ, ਮੈਂ 16 ਨੂੰ ਭਾਗ ਕਰ ਰਿਹਾ 3 ਦੇ ਨਾਲ, 5 ਆ ਗਿਆ 15, ਅਤੇ ਮੇਰੇ ਕੋਲ ਬਾਕੀ ਆ ਗਿਆ 1। ਦੂਜੇ ਪਾਸੇ ਮੈਂ 17 ਨੂੰ ਭਾਗ ਕੀਤਾ 3 'ਤੇ, ਫਿਰ 5 'ਤੇ ਚਲਾ ਗਿਆ 15, ਫਿਰ ਮੇਰੇ ਕੋਲ ਬਚ ਗਿਆ 2, ਫਿਰ ਮੇਰੇ ਕੋਲ 18, ਉਸ ਨੂੰ ਮੈਂ ਭਾਗ ਕੀਤਾ 3 'ਤੇ, ਅਤੇ ਮੇਰੇ ਕੋਲ ਫਿਰ ਚਲਾ ਗਿਆ ਹੈ 6 'ਤੇ, ਮਤਲਬ 6 ਤੀਏ 18, ਅਤੇ ਇਹ ਪੂਰਾ ਵੰਡਿਆ ਗਿਆ। ਅਤੇ ਇੱਕ ਨੰਬਰ ਹੋਰ ਲੈ ਲੈਂਦੇ ਤੁਹਾਡੇ ਕਹਿਣ 'ਤੇ ਆਪਾਂ 19 ਨੂੰ ਆਪਾਂ ਫਿਰ 3 'ਤੇ ਭਾਗ ਕਰਕੇ ਦੇਖਿਆ, 19 'ਚ ਫਿਰ
मतलब 19 ਨੂੰ ਆਪਾਂ 3 ਤੇ ਭਾਗ ਕਰਿਆ ਤਾਂ ਆਪਾਂ ਕੀ ਕਰਾਂਗੇ 3 ਦੂਣੀ 3 3 ਨੂੰ ਆਪਾਂ 6 ਨਾਲ ਮਲਟੀਪਲਾਈ ਕਰਾਂਗੇ 18 ਫਿਰ ਆਪਣੇ ਕੋਲੇ ਆ ਗਿਆ ਬਾਕੀ 1। ਅਸੀਂ ਕੀ ਦੇਖਿਆ ਕਿ ਜਦੋਂ ਕੋਈ ਸੰਖਿਆ 3 ਨਾਲ ਵੰਡੀ ਜਾਂਦੀ ਹੈ ਤਾਂ ਬਾਕੀ ਹਮੇਸ਼ਾ ਵਰਡ ਪਾ ਰਿਹਾ ਮੈਂ ਇੱਥੇ ਹਮੇਸ਼ਾ ਕੀ ਆ ਰਿਹਾ ਆਪਣੇ ਕੋਲੇ 0 ਆ ਰਿਹਾ 1 ਆ ਰਿਹਾ 2 ਆ ਰਿਹਾ। ਤੁਹਾਡੇ ਕੋਲੇ 4 ਰਕਮਾਂ ਦਿੱਤੀਆਂ ਹੋਈਆਂ 16 17 18 19 ਤੁਸੀਂ ਇਹਨਾਂ 'ਚ ਕੀ ਦੇਖਿਆ ਬਾਕੀ 1 ਆ ਗਿਆ ਬਾਕੀ 2 ਆਇਆ ਬਾਕੀ 0 ਆ ਗਿਆ ਫਿਰ ਤੁਸੀਂ ਦੇਖਿਆ ਬਾਕੀ 1 ਆਉਣਾ ਸ਼ੁਰੂ ਹੋ ਗਿਆ। ਮਤਲਬ ਉਹ ਚੱਕਰ ਦੁਬਾਰਾ ਚੱਲਦਾ ਰਹੇਗਾ। ਮਤਲਬ ਪਹਿਲਾਂ ਬਾਕੀ 0 ਆਏਗਾ ਫਿਰ ਬਾਕੀ 1 ਆਏਗਾ ਫਿਰ ਬਾਕੀ 2 ਫਿਰ ਬਾਕੀ 0 ਫਿਰ ਬਾਕੀ 1 ਬਾਕੀ 2 ਮਤਲਬ ਇਸੇ ਤਰ੍ਹਾਂ। ਹੁਣ ਆਪਾਂ ਇਹਦਾ ਮਤਲਬ ਕੀ ਦੇਖਿਆ ਕਿ ਜਦੋਂ ਵੀ ਅਸੀਂ ਕਿਸੇ ਸੰਖਿਆ ਨੂੰ ਕਿਸੇ ਨਾਲ ਵੰਡਣਾ ਹੈ ਤਾਂ ਜਿਹੜਾ ਬਾਕੀ ਹੋਏਗਾ ਜਿੰਨੇ 'ਤੇ ਆਪਾਂ ਵੰਡਿਆ ਜਾ ਰਿਹਾ ਮਤਲਬ ਉਰੇ ਆਪਾਂ 3 ਤੋਂ ਵੰਡ ਰਹੇ ਸੀ ਤਾਂ ਬਾਕੀ ਜਿਹੜਾ ਹੋਏਗਾ 3 ਤੋਂ ਛੋਟਾ ਹੋਏਗਾ ਪਰ 0 ਜਾਂ 0 ਤੋਂ ਵੱਡਾ ਹੋਏਗਾ। ਇਹੀ ਚੀਜ਼ ਆਪਾਂ ਇੱਥੇ ਲਿਖੀ ਸੀ ਜਿਹੜਾ ਆਪਾਂ ਪਿਛਲਾ ਪੇਜ ਆਪਾਂ ਕੱਢ ਰਹੇ ਹਾਂ 0 ਲੈਸ ਦੈਨ ਇਕੁਅਲ ਟੂ ਆਰ ਲੈਸ ਦੈਨ ਬੀ ਮਤਲਬ ਆਰ ਦਾ ਮੁੱਲ ਇਹਨੂੰ ਪੰਜਾਬੀ ਦੀ ਭਾਸ਼ਾ 'ਚ ਆਪਾਂ ਦੱਸ ਰਹੇ ਹਾਂ ਆਰ ਦਾ ਮੁੱਲ 0 ਦੇ ਬਰਾਬਰ ਜਾਂ 0 ਤੋਂ ਵੱਡਾ ਪਰੰਤੂ ਇੱਥੇ ਦੇਖਣਾ ਹੁਣ ਪਰੰਤੂ ਜਿਸ ਨਾਲ ਭਾਗ ਕਰਨਾ ਹੈ ਉਸ ਤੋਂ ਛੋਟਾ ਹੁੰਦਾ ਹੈ। ਮਤਲਬ ਇਹ ਮਤਲਬ ਹੁੰਦਾ ਜਿਹਦੇ ਵਿੱਚ ਆਪਾਂ ਬੋਲਦੇ ਹਾਂ ਜਿਹਨੂੰ ਆਪਾਂ ਮੈਥਾਮੈਟਿਕਲੀ 0 ਲੈਸ ਦੈਨ ਇਕੁਅਲ ਟੂ ਆਰ ਲੈਸ ਦੈਨ ਬੀ ਮਤਲਬ ਇਹ ਪੁਆਇੰਟ ਬਹੁਤ ਇੰਪੋਰਟੈਂਟ ਹੈ। ਇਸ ਦਾ ਮਤਲਬ ਕੀ ਹੋ ਗਿਆ ਕਿ ਜਿਹੜਾ ਬਾਕੀ ਹੈ ਉਹ ਜਿੰਨੀ ਸੰਖਿਆ ਤੋਂ ਆਪਾਂ ਜਿੰਨਾ ਵੀ ਆਪਾਂ ਭਾਗ ਕਰਨਾ ਉਸ ਤੋਂ ਛੋਟਾ ਪਰ 0 ਤੋਂ ਵੱਡਾ ਜਾਂ 0 ਦੇ ਬਰਾਬਰ ਹੋਏਗਾ। ਤਾਂ ਇਸ ਦਾ ਮਤਲਬ ਕੀ ਹੋਇਆ ਕਿ ਅਸੀਂ ਅਗਰ ਕਿਸੇ ਸੰਖਿਆ ਨੂੰ 5 ਨਾਲ ਭਾਗ ਕਰਨਾ ਹੈ ਤਾਂ ਸਾਡੇ ਕੋਲੇ ਬਾਕੀ ਕੀ ਆ ਸਕਦਾ ਹੁਣ ਤੁਸੀਂ ਦੱਸੋਗੇ ਮੈਨੂੰ ਸ਼ਾਬਾਸ਼ 0 1 ਫਿਰ 2 ਫਿਰ 3 ਫਿਰ 4 ਮਤਲਬ ਇਹ ਇਹਦੇ ਬਾਕੀ ਹੈ। ਅਗਰ ਮੈਂ ਕਿਸੇ ਸੰਖਿਆ ਨੂੰ 8 ਨਾਲ ਵੰਡਣਾ ਹੈ ਤਾਂ ਮੇਰੇ ਕੋਲੇ ਬਾਕੀ 1 2 3 4 5 6 7 ਉਹਦੇ ਨਾਲ ਇੱਕ ਵਰਡ 0 ਵੀ ਮਤਲਬ ਇਹ ਸਾਡੇ ਕੋਲੇ ਬਾਕੀ ਆਉਂਗੇ ਜੇ ਆਪਾਂ 8 ਨਾਲ ਵੰਡਾਂਗੇ 0 ਤਾਂ ਆਉਣਾ ਹੀ ਆਉਣਾ 0 ਫਿਰ 1 2 3 4 5 6 7 ਇਹ ਉਹਦੇ ਬਾਕੀ ਨੇ। ਅਤੇ ਬਾਕੀ ਮਤਲਬ 0 ਜਾਂ 0 ਤੋਂ ਵੱਡਾ ਪਰੰਤੂ ਜਿਸ ਸੰਖਿਆ ਨਾਲ ਭਾਗ ਕਰਨਾ ਉਸ ਤੋਂ ਛੋਟਾ। ਇਹ ਸੀਗਾ ਆਪਣਾ ਯੂਕਲਿਡ ਵੰਡ ਪ੍ਰਮੇय। ਹੁਣ ਅਸੀਂ ਜੋ ਅਸਲੀ ਕੰਮ ਕਰਨ ਜਾ ਰਹੇ ਹਾਂ ਉਹ ਸਾਡਾ ਅੱਜ ਦਾ ਮੇਨ ਟੌਪਿਕ ਹੈ ਯੂਕਲਿਡ ਵੰਡ ਐਲਗੋਰਿਥਮ। ਮਤਲਬ ਆਪਾਂ ਕੀ ਕਰਨ ਜਾ ਰਹੇ ਹਾਂ ਤੁਹਾਨੂੰ ਮੈਂ ਹੁਣ ਦੱਸਦਾ। ਆਪਾਂ ਅੱਜ ਆਪਾਂ ਮੇਨ ਕਿਹੜਾ ਟੌਪਿਕ ਪੜ੍ਹਨਾ ਆਪਾਂ ਯੂਕਲਿਡ ਵੰਡ ਐਲਗੋਰਿਥਮ। ਵੰਡ ਐਲਗੋਰਿਥਮ ਦਾ ਮਤਲਬ ਕੀ ਹੁੰਦਾ ਹੈ? ਵੰਡ ਮਤਲਬ ਉਹੀ ਸੇਮ ਭਾਗ। ਹੁਣ ਐਲਗੋਰਿਥਮ ਦਾ ਮਤਲਬ ਕੀ ਹੁੰਦਾ ਹੈ? ਜਿੱਥੇ ਇਹਨੂੰ ਆਪਾਂ ਬੋਲਦੇ ਹਾਂ ਐਲਗੋਰਿਥਮ ਆਪਾਂ ਕੰਪਿਊਟਰ 'ਚ ਵੀ ਪੜ੍ਹਦੇ ਹਾਂ ਇਸ ਨੂੰ ਕਿ ਟੀਚਰ ਬੋਲਦੀ ਹੈ ਕਿ ਇਹਦਾ ਐਲਗੋਰਿਥਮ ਲਿਖੋ ਜਾਂ ਮਤਲਬ ਇੱਕ ਪ੍ਰੋਸੈਸ ਜਿਸ ਨੂੰ ਅਸੀਂ ਬੋਲਦੇ ਹਾਂ ਕੋਈ ਮਤਲਬ ਆਪਾਂ ਸਟੈਪ ਜਾਂ ਅਸੀਂ ਬੋਲਦੇ ਹਾਂ ਕਿ ਕਿਰਿਆਵਾਰ ਮਤਲਬ ਕੋਈ ਆਪਾਂ ਇੱਦਾਂ ਦਾ ਕੰਮ ਕਰੀਏ ਜਿਹੜਾ ਇੱਕ ਐਲਗੋਰਿਥਮ ਬਣ ਜਾਏ ਇੱਕ ਪ੍ਰੋਸੈਸ ਇੱਕ ਸਟੈਪ ਦੇ ਵਿੱਚ ਆਪਾਂ ਚੱਲੀਏ। ਮਤਲਬ ਕਿਸੇ ਚੀਜ਼ ਦਾ ਆਪਾਂ ਇੱਕ ਪ੍ਰੋਸੈਸ ਬਣਾਉਣਾ ਮਤਲਬ ਭਾਗਾਂ ਨੂੰ ਸਟੈਪ ਨੂੰ ਇਹਦੇ ਵਿੱਚ ਆਪਾਂ ਹੁਣ ਕਰਨਾ ਕੀ ਹੈ ਦੋ ਸੰਖਿਆਵਾਂ
ਦਾ ਯੂਕਲਿਡ ਵੰਡ ਵਿਧੀ ਰਾਹੀਂ HCF ਪਤਾ ਕਰਨਾ। ਇਹ ਸਾਡਾ ਅੱਜ ਦਾ ਮੇਨ ਟੌਪਿਕ ਹੈ। ਐਕਸਰਸਾਈਜ਼ 1.1 ਦਾ ਪਹਿਲਾ ਕੁਐਸਚਨ, ਜਿਹਦੇ ਵਿੱਚ ਇਹੀ ਬੋਲਿਆ ਜਾਂਦਾ ਹੈ ਕਿ ਦੋ ਦਿੱਤੀਆਂ ਹੋਈਆਂ ਸੰਖਿਆਵਾਂ ਦਾ HCF ਪਤਾ ਕਰਨਾ ਹੈ ਯੂਕਲਿਡ ਵੰਡ ਵਿਧੀ ਰਾਹੀਂ। ਹੁਣ ਯੂਕਲਿਡ ਵੰਡ ਵਿਧੀ ਮਤਲਬ ਆਪਾਂ ਪਿੱਛੇ ਪੜ੍ਹ ਕੇ ਆਏ ਸੀ ਵੰਡ ਪ੍ਰਮੇਯ। ਆਪਾਂ ਬੋਲਿਆ ਸੀ ਉਹਦੇ 'ਚ ਵੰਡ ਪ੍ਰਮੇਯ ਦੇ ਵਿੱਚ ਕੀ ਸੀਗਾ, A ਬਰਾਬਰ ਹੁੰਦਾ B ਗੁਣਾ Q ਪਲੱਸ R, ਜਿੱਥੇ A ਨੂੰ ਆਪਾਂ ਕੀ ਬੋਲਦੇ ਹਾਂ, ਭਾਜਫਲ, ਸ਼ਾਬਾਸ਼। B ਨੂੰ ਅਸੀਂ ਕੀ ਬੋਲਦੇ ਹਾਂ, ਜਿਸ ਦੇ ਨਾਲ ਆਪਾਂ ਵੰਡ ਕਰਨੀ ਹੈ, ਭਾਜਕ। B ਨੂੰ ਆਪਾਂ ਕੀ ਬੋਲਦੇ ਹਾਂ, ਭਾਗਫਲ। ਅਤੇ R ਨੂੰ ਆਪਾਂ ਕੀ ਬੋਲਦੇ ਹਾਂ, ਬਾਕੀ। ਮਤਲਬ ਇਹ ਆਪਣੇ ਕੋਲ ਚੀਜ਼ਾਂ ਸੀਗੀਆਂ। ਅਤੇ ਇੱਕ ਆਪਣਾ ਮੇਨ ਜਿਹੜਾ ਹੈਗਾ HCF, ਜਿਹਨੂੰ ਆਪਾਂ ਪੰਜਾਬੀ 'ਚ ਬੋਲਦੇ ਹਾਂ MSW, ਮਹੱਤਵ ਸਮਾਵਰਤਕ, ਔਰ ਇੰਗਲਿਸ਼ 'ਚ ਬੋਲਦੇ ਹਾਂ ਇਹਨੂੰ ਹਾਈਐਸਟ। C ਦਾ ਮਤਲਬ ਕਾਮਨ, F ਦਾ ਮਤਲਬ ਫੈਕਟਰ। ਇੱਕ ਮਤਲਬ HCF ਦੱਸਣ ਦੀ ਮੈਨੂੰ ਲੋੜ ਨਹੀਂ ਹੈ, ਆਪਾਂ 6ਵੀਂ ਤੋਂ ਪੜ੍ਹਦੇ ਆ ਰਹੇ ਹਾਂ। ਹੁਣ ਆਪਾਂ ਬਹੁਤ ਸਾਰੀਆਂ ਆਪਣੇ ਸਕੂਲਾਂ ਵਿੱਚ ਆਪਾਂ ਕਿਰਿਆਵਾਂ ਵੀ ਬਹੁਤ ਕੀਤੀਆਂ ਆ HCF ਲੱਭਣ ਲਈ, ਪਰ ਫਿਰ ਵੀ ਮਤਲਬ ਦੱਸ ਦਿੰਦਾ ਕਿ ਕੋਈ HCF ਦਾ ਮਤਲਬ ਕੀ ਹੁੰਦਾ। ਆਪਣੇ ਕੋਲ ਕੋਈ ਦੋ ਸੰਖਿਆਵਾਂ ਦਿੱਤੀਆਂ ਹੋਈਆਂ, ਆਪਾਂ ਇਹ ਲੱਭਣਾ ਕਿ ਕੋਈ ਇੱਕ ਇੱਦਾਂ ਦੀ ਸੰਖਿਆ ਵੱਡੀ ਤੋਂ ਵੱਡੀ, ਜਦੋਂ ਆਪਾਂ ਬੋਲਦੇ ਹਾਂ ਜਿਹੜੀ ਵੱਡੀ ਤੋਂ ਵੱਡੀ ਹੋਵੇ, ਜਾਂ ਜਿਹੜੀ ਇਹਨਾਂ ਦੋਨਾਂ ਨੂੰ ਪੂਰਾ ਵੰਡ ਦੇਵੇ। ਉਹਦੇ ਵਾਸਤੇ ਕਰਨ ਦਾ ਤਰੀਕਾ ਉਹੀ ਹੈ ਜਿਹੜਾ ਆਪਾਂ ਛੋਟੀ ਕਲਾਸਾਂ 'ਚ ਕਰਦੇ ਸੀ, ਪਰ ਉਸ ਨੂੰ ਆਪਾਂ ਲਿਖਣਾ ਕਿਹਦੇ ਨਾਲ ਹੈ, ਯੂਕਲਿਡ ਵੰਡ ਐਲਗੋਰਿਥਮ ਦੇ ਵਿੱਚ। ਮਤਲਬ ਉਸ ਦੇ ਵਿੱਚ ਆਪਾਂ ਲਿਖਣਾ। ਅਤੇ ਮੈਂ ਤੁਹਾਨੂੰ ਹੁਣ ਆਪਾਂ ਉਸ ਦੇ ਉੱਪਰ ਸਮਝਦੇ ਹਾਂ, ਉਸ ਨੂੰ ਆਪਾਂ ਕਰਕੇ ਦੇਖਦੇ ਹਾਂ। ਪਹਿਲਾਂ ਆਪਾਂ ਕੋਈ ਛੋਟੀਆਂ ਸੰਖਿਆ ਲਵਾਂਗੇ, ਕੋਈ ਆਪਾਂ ਵੱਡਾ ਸਟੈਪ ਨਹੀਂ ਕਰਦੇ, ਵੱਡਾ ਕੁਐਸਚਨ ਨਹੀਂ ਕਰਦੇ। ਆਪਾਂ ਕੋਈ ਛੋਟਾ ਜਿਹਾ ਕੁਐਸਚਨ ਆਪਣੇ ਵੱਲੋਂ ਲੈ ਲੈਂਦੇ ਹਾਂ ਕਿ MSW ਪਤਾ ਕਰੋ, ਮਤਲਬ ਯੂਕਲਿਡ ਵੰਡ ਐਲਗੋਰਿਥਮ ਜਾਂ ਵਿਧੀ ਰਾਹੀਂ। ਆਪਾਂ ਜਿਵੇਂ ਕੋਈ ਦੋ ਸੰਖਿਆ ਲੈ ਲਈਆਂ ਆਪਾਂ ਛੋਟੀਆਂ, ਹਾਲੇ ਕੋਈ ਮੰਨ ਲਓ ਇੱਕ ਪਾਸੇ 25 ਲੈ ਲਈ, ਇੱਕ ਪਾਸੇ ਮੈਂ ਕੋਈ ਮਤਲਬ 40 ਲੈ ਲਈ। ਮਤਲਬ ਛੋਟਾ ਜਿਹਾ ਸਵਾਲ ਆਪਾਂ ਬਿਲਕੁਲ ਸਿੰਪਲ, ਜਿਹਨੂੰ ਆਪਾਂ ਪਹਿਲਾਂ ਕਹਿੰਦੇ ਸਮਝਣ ਲਈ। ਪਹਿਲਾਂ ਆਪਾਂ ਇਹ ਦੇਖਣਾ ਦੋਨਾਂ 'ਚੋਂ ਕਿਹੜੀ ਸੰਖਿਆ ਵੱਡੀ ਹੈ। ਪਤਾ ਲੱਗ ਗਿਆ ਕਿ ਆਪਾਂ ਨੂੰ 40 ਵੱਡੀ ਹੈ ਅਤੇ ਛੋਟੀ ਹੈ। ਅਤੇ ਆਪਾਂ ਪਹਿਲਾਂ ਉਹੀ ਤਰੀਕਾ ਜਿਹੜਾ ਆਪਾਂ ਛੋਟੀ ਕਲਾਸਾਂ ਵਿੱਚ ਲਾਉਂਦੇ ਸੀਗੇ, ਕਿੱਦਾਂ 40 ਨੂੰ ਆਪਾਂ ਅੰਦਰ ਰੱਖਦੇ ਸੀਗੇ, 25 ਨੂੰ ਆਪਾਂ ਬਾਹਰ ਰੱਖਦੇ ਸੀਗੇ। ਹੁਣ ਆਪਾਂ ਇਹਨੂੰ ਕੀ ਕਰਦੇ ਸੀਗੇ, ਨਾਲ ਆਪਾਂ ਇਹਨੂੰ ਭਾਗ ਕਰਨਾ। ਇੱਕ 'ਤੇ ਚਲਾ ਗਿਆ 25, ਕਿਉਂਕਿ ਆਪਾਂ ਨੂੰ ਪਤਾ 25 ਇੰਟੂ 1 ਦਾ ਆਪਾਂ ਜੇ ਆਪਾਂ ਦੇਖੀਏ ਤਾਂ 25 ਆਏਗਾ। ਜੇ ਆਪਾਂ ਇਹਨੂੰ ਆਪਾਂ 2 ਨਾਲ ਮਲਟੀਪਲਾਈ ਕਰੀਏ ਆਪਣੇ ਕੋਲ 50 ਆਏਗਾ, ਤਾਂ ਇਹ ਆਪਣੇ ਕੋਲ 25 ਆ ਗਿਆ। ਅਤੇ ਆਪਾਂ ਹੁਣ ਇਹਨਾਂ ਨੂੰ ਮਾਈਨਸ ਕਰੀਏ ਤਾਂ ਸਾਡੇ ਕੋਲ ਕਿੰਨਾ ਆ ਗਿਆ, 15 ਆ ਗਿਆ। ਫਿਰ ਆਪਾਂ ਇਹਨੂੰ ਦੁਬਾਰਾ ਉਹੀ ਕਰਦੇ ਹੁੰਦੇ ਸੀ ਇਹ ਪ੍ਰੋਸੈਸ ਆਪਾਂ, ਕਿ ਮਤਲਬ ਉਹਦਾ ਬਾਕੀ 15 ਆ ਗਿਆ, ਜਿਹੜਾ ਹੁਣ ਜਿੰਨਾ ਭਾਗ ਕਰਨਾ ਸੀ ਉਹਨੂੰ ਆਪਾਂ ਅੰਦਰ ਰੱਖ ਦਿੰਦੇ ਸੀ। ਹੁਣ 15 ਦੇ ਪਹਾੜੇ 'ਤੇ ਮਤਲਬ ਇਹ ਇੱਕ 'ਤੇ ਹੀ ਜਾਏਗਾ, ਜੇ ਆਪਾਂ ਦੇਖਿਆ ਜਾਵੇ ਤਾਂ 15 ਆ ਗਿਆ। ਇਹਨੂੰ ਘਟਾ ਕਰਿਆ ਤਾਂ ਆਪਣੇ ਕੋਲ 10 ਆ ਗਿਆ। ਫਿਰ ਆਪਾਂ ਕੀ ਕਰਦੇ ਸੀਗੇ, 10 ਨੂੰ ਆਪਾਂ ਅੰਦਰ ਰੱਖਿਆ ਕਿਤੇ, 10 ਨੂੰ ਬਾਹਰ ਰੱਖਿਆ, 15 ਨੂੰ ਆਪਾਂ ਅੰਦਰ ਕਰਤਾ। ਫਿਰ ਆਪਾਂ ਇੱਕ 'ਤੇ ਦੇਖਿਆ, ਫਿਰ 10, ਇਹ ਆ ਗਿਆ ਆਪਣੇ ਕੋਲ 5 ਬਾਕੀ। ਫਿਰ ਬਾਕੀ 5 ਆਪਾਂ ਅੰਦਰ ਕੀ ਰੱਖਿਆ, ਆਪਾਂ 10, ਇਹ ਫਿਰ ਚਲਾ ਗਿਆ 2 'ਤੇ, ਅਤੇ ਆਪਣੇ ਕੋਲ ਉਰੇ ਆ ਗਿਆ 0। ਜਾਂ ਆਪਾਂ ਬੋਲਦੇ ਸੀ ਉਰੇ ਆਪਾਂ 0 ਪਾਉਂਦੇ ਸੀ, ਜਾਂ ਆਪਾਂ ਉਰੇ ਕੀ ਪਾਉਂਦੇ ਸੀ, ਕਾਟਾ। ਇਹ ਚੀਜ਼ ਆਪਾਂ ਉਰੇ ਆਪਣੇ ਕੋਲ ਦੇਖਿਆ ਕਿ ਇਹ ਆਪਾਂ ਕੱਢ ਲਿਆ। ਅਤੇ ਲਾਸਟ 'ਚ ਆਪਾਂ ਦੇਖਿਆ ਕਿ 5 ਇੱਕ ਇੱਦਾਂ ਦਾ ਨੰਬਰ ਆਇਆ ਜਿਹੜਾ ਪੂਰਾ ਬਣਦਾ। ਤਾਂ ਆਪਾਂ ਉਰੇ ਕੀ ਬੋਲਦੇ ਹਾਂ ਕਿ 5 ਇਹਨਾਂ ਦਾ MSW ਹੈ।
ਇਹ ਤਾਂ ਆਪਾਂ ਨੂੰ ਪਤਾ ਲੱਗ ਗਿਆ ਕਿ 5 ਇਹਨਾਂ ਦਾ ਮਹੱਤਵ ਆ, ਪਰ ਆਪਾਂ ਇਸ ਨੂੰ ਯੂਕਲਿਡ ਵੰਡ ਵਿਧੀ ਰਾਹੀਂ ਕਰਨਾ, ਯੂਕਲਿਡ ਵੰਡ ਵਿਧੀ ਰਾਹੀਂ ਲਿਖਣਾ। ਤਾਂ ਉਹਨੂੰ ਆਪਾਂ ਲਿਖਣ ਦਾ ਤਰੀਕਾ ਕੀ ਸੀ ਆਪਣੇ ਕੋਲੇ, ਪਹਿਲਾਂ ਜਿਹੜਾ ਸਟੈਪ ਆਪਾਂ ਪੜ੍ਹ ਕੇ ਆਏ ਸੀ, ਡੈਫੀਨੇਸ਼ਨ A ਇੰਟੂ ਬੀ ਕਿਊ ਪਲੱਸ ਆਰ। ਹੁਣ ਆਪਾਂ ਬੜੇ ਧਿਆਨ ਨਾਲ ਆਪਾਂ ਕੁਛ ਨਹੀਂ ਦੇਖਣਾ, ਆਪਾਂ ਬੜੀ ਚੀਜ਼ ਸਿੰਪਲ ਜੀ ਕਰਨੀ ਹੈ ਕਿ ਆਪਾਂ ਉਰੇ ਪਹਿਲਾਂ ਇੱਕ ਵਾਰੀ ਭਾਗ ਕੀਤਾ, ਇੱਥੋਂ ਆਪਾਂ ਦੂਜੀ ਵਾਰ ਭਾਗ ਕੀਤਾ, ਇੱਥੋਂ ਆਪਾਂ ਮਤਲਬ ਤੀਜੀ ਵਾਰ ਭਾਗ ਕੀਤਾ ਅਤੇ ਆਪਾਂ ਇੱਥੋਂ ਚੌਥੀ ਵਾਰ ਭਾਗ ਕੀਤਾ। ਮਤਲਬ ਆਪਣੇ ਕੋਲੇ ਕੁੱਲ ਟੋਟਲ 4 ਸਟੈਪ ਆਏ ਨੇ। ਬਸ ਇसी 4 ਸਟੈਪਾਂ ਨੂੰ ਆਪਾਂ ਇੱਥੇ ਲਿਖ ਦੇਣਾ ਹੈ, ਕੁਛ ਨਹੀਂ ਕਰਨਾ। ਉਹੀ ਪਹਿਲੇ ਸਟੈਪ ਦੇ ਵਿੱਚ ਮਤਲਬ ਆਪਣੇ ਕੋਲੇ ਭਾਗਫਲ ਸੀਗਾ 40, ਲਿਖਤਾ। ਕਿਹਦੇ ਨਾਲ ਭਾਗ ਕੀਤਾ? 25 ਨਾਲ। ਕਿੰਨੇ ਤੇ ਵੰਡਿਆ ਗਿਆ? 1 ਤੇ ਬਰਾਬਰ ਬਾਕੀ ਕਿੰਨਾ ਆ ਗਿਆ ਆਪਣੇ ਕੋਲੇ? 15। ਇਹ ਆਪਣਾ ਪਹਿਲਾ ਸਟੈਪ ਖਤਮ ਹੋ ਗਿਆ। ਹੁਣ ਦੂਜੇ ਸਟੈਪ ਦੇ ਵਿੱਚ ਆਪਾਂ ਕੀ ਕੀਤਾ? 25 ਨੂੰ ਆਪਾਂ ਅੰਦਰ ਰੱਖਿਆ ਸੀਗਾ, 15 ਨਾਲ ਵੰਡਿਆ ਸੀਗਾ, 1 ਜਮਾ 10। ਹੁਣ ਅਗਲੇ ਸਟੈਪ ਦੇ ਵਿੱਚ ਆਪਾਂ ਕੀ ਦੇਖਿਆ? 15 ਨੂੰ ਅੰਦਰ ਰੱਖਿਆ, 10 ਨਾਲ ਭਾਗ ਕੀਤਾ, 1 ਤੇ ਗਿਆ ਜਮਾ 5। ਫਿਰ ਆਪਾਂ 10 ਨੂੰ ਅੰਦਰ ਰੱਖਿਆ, 5 ਨਾਲ ਗਿਆ, 2 ਤੇ ਵੰਡਿਆ ਗਿਆ ਪਲੱਸ 0। ਮਤਲਬ ਇਹ ਸਟੈਪ ਸੀ ਇਹ ਜਿਹਦੇ ਵਿੱਚ ਆਪਾਂ ਇਹ ਦੇਖ ਰਹੇ ਹਾਂ ਕਿ ਮਤਲਬ ਇਹਨੂੰ ਆਪਾਂ ਇਸ ਦੇ ਵਿੱਚ ਇੱਦਾਂ ਦੇਖ ਰਹੇ ਹਾਂ ਕਿ ਜਿਹੜਾ ਵੰਡਿਆ ਜਾ ਰਿਹਾ, ਜਿਹਦੇ ਨਾਲ ਆਪਾਂ ਭਾਗ ਕਰ ਰਹੇ ਹਾਂ, ਉਹ ਅੰਦਰ ਜਾਈ ਜਾ ਰਿਹਾ ਅਤੇ ਜਿਹੜਾ ਉਹਦਾ ਬਾਕੀ ਸੀ ਉਹਦੇ ਨਾਲ ਉਹ ਭਾਗ ਹੁੰਦਾ ਜਾ ਰਿਹਾ। ਅਤੇ ਇਹ ਆਪਣੇ ਜਿਹੜੇ ਸਟੈਪ ਸੀ ਅਤੇ ਇਹ ਇਸੀ ਸਟੈਪ ਦੇ ਵਿੱਚ ਆਪਣਾ ਜਿਹੜਾ ਸਟੈਪ ਫਾਰਮੂਲਾ ਆ ਗਿਆ A = B Q + R ਦੀ ਫਾਰਮ 'ਚ ਆਪਾਂ ਲਿਖਤਾ। ਅਤੇ ਲਾਸਟ ਵਿੱਚ ਆਪਾਂ ਨੂੰ ਕੀ ਪਤਾ ਲੱਗਿਆ? ਜਿਹਦੇ ਨਾਲ ਪੂਰਾ ਵੰਡਿਆ ਗਿਆ 5, ਤਾਂ ਇੱਥੇ 5 ਆ ਰਿਹਾ ਅਤੇ 5 ਕੀ ਬਣ ਗਿਆ ਸਾਡਾ? HCF। ਸਾਡਾ ਇੱਥੇ 5 ਕੀ ਬਣ ਗਿਆ? ਸਾਡਾ HCF। ਇੱਕ ਆਪਾਂ ਹੋਰ ਐਗਜ਼ਾਮਪਲ ਕਰਦੇ ਹਾਂ, ਕੋਈ ਵੀ ਹੋਰ ਆਪਾਂ ਐਗਜ਼ਾਮਪਲ ਕੋਈ ਵੀ ਆਪਾਂ ਆਪਣੇ ਵੱਲੋਂ ਕਰਕੇ ਦੇਖਦੇ ਹਾਂ, ਫਿਰ ਬਾਅਦ 'ਚੋਂ ਆਪਾਂ ਨੂੰ ਪਤਾ ਲੱਗ ਜਾਏਗਾ ਕਿ ਆਪਾਂ ਨੂੰ ਸਮਝ ਆਈ ਜਾਂ ਨਹੀਂ ਆਈ। ਹੁਣ ਆਪਾਂ ਕੋਈ ਬੁੱਕ ਵਾਲੀ ਉਦਾਹਰਨ ਲੈ ਲੈਂਦੇ ਹਾਂ। ਸਭ ਤੋਂ ਪਹਿਲਾਂ ਆਪਾਂ ਇੱਕ ਕੁਐਸਚਨ ਲੈਂਦੇ ਹਾਂ। ਬੁੱਕ ਦਾ ਪਹਿਲਾ ਸਵਾਲ ਆ ਸਾਡੇ ਕੋਲੇ 135 ਅਤੇ 225 ਦਾ ਮਹੱਤਵ ਪਤਾ ਕਰਨਾ ਹੈ। ਕਿਹੜੀ ਵਿਧੀ ਰਾਹੀਂ? ਯੂਕਲਿਡ ਵੰਡ ਵਿਧੀ ਰਾਹੀਂ। ਫਿਰ ਆਪਾਂ ਉਹੀ ਪਹਿਲਾ ਸਟੈਪ ਆਪਾਂ ਕੀ ਦੇਖਣਾ? ਦੋਨਾਂ 'ਚੋਂ ਵੱਡੀ ਸੰਖਿਆ। ਆਪਾਂ ਨੂੰ ਪਤਾ ਲੱਗ ਗਿਆ ਵੀ ਦੋਨਾਂ 'ਚੋਂ 225 ਵੱਡੀ ਹੈ, ਤਾਂ ਆਪਾਂ ਫਿਰ ਕੀ ਕੀਤਾ? 225 ਨੂੰ ਆਪਾਂ ਅੰਦਰ ਰੱਖਿਆ ਅਤੇ 135 ਨੂੰ ਆਪਾਂ ਬਾਹਰ ਰੱਖਿਆ। ਹੁਣ ਆਪਾਂ ਇਹ ਦੇਖ ਲਈਏ ਕਿ 135 ਅਤੇ ਆਪਾਂ 1 ਤੇ ਕਰਾਂਗੇ ਉਹ 135 ਆਏਗਾ। ਆਪਾਂ 2 ਤੇ ਚੈੱਕ ਕਰ ਲੈਂਦੇ ਹਾਂ, ਤਾਂ ਸਾਡੇ ਕੋਲ ਕਿੰਨਾ ਆ ਰਿਹਾ? 270। ਅਤੇ ਇਹਦਾ ਮਤਲਬ ਇਹ ਇਸ 'ਤੇ ਨਹੀਂ ਜਾਏਗਾ, ਤਾਂ ਇਹਨੂੰ ਆਪਾਂ 1 ਤੇ ਵੰਡਿਆ ਅਤੇ 1 ਤੇ ਵੰਡਣ ਨਾਲ ਆਪਣੇ ਕੋਲ ਕਿੰਨਾ ਆ ਗਿਆ? 135। ਮਾਈਨਸ ਕਰਿਆ, 5 ਚੋਂ 5 ਗਿਰੋ, 12 ਚੋਂ 3 ਗਏ 9। ਫਿਰ ਆਪਾਂ ਕੀ ਕਰਿਆ? 90 ਨੂੰ ਬਾਹਰ ਰੱਖਿਆ, ਮਤਲਬ ਬਾਕੀ ਬਾਹਰ ਆ ਜਾਏਗਾ। ਜਿਹਦੇ ਨਾਲ ਆਪਾਂ ਭਾਗ ਕਰ ਰਹੇ ਸੀਗੇ ਉਹ ਅੰਦਰ ਆ ਗਿਆ। ਹੁਣ 90 ਦਾ 1 ਤੇ ਕਰਿਆ, 90 ਆ ਗਿਆ। ਜੇ ਆਪਾਂ ਇਹਨੂੰ ਦੁਬਾਰਾ ਚੈੱਕ ਕਰੀਏ 90 × 2 ਤਾਂ ਆਪਣੇ ਕੋਲ ਆਉਂਦਾ 180, ਤਾਂ ਇਹ ਵੀ ਨਹੀਂ ਜਾਏਗਾ। ਫਿਰ ਆਪਣਾ ਇਹ ਕਿੱਥੇ ਚਲਾ ਗਿਆ? 90 ਤੇ ਚਲਾ ਗਿਆ। 5 13 ਚੋਂ 9 ਗਏ 4, 45 ਆ ਗਿਆ ਆਪਣੇ ਕੋਲ। ਹੁਣ 45 ਨੂੰ ਆਪਾਂ ਕੀ ਕੀਤਾ? ਬਾਹਰ ਰੱਖਿਆ। 90 ਨੂੰ ਆਪਾਂ ਅੰਦਰ ਕੀਤਾ, ਤਾਂ ਫਿਰ ਆਪਾਂ ਚੈੱਕ ਕੀਤਾ 45 ਏਕਮ 45, ਅਤੇ ਫਿਰ ਆਪਾਂ ਦੂਜੇ ਪਾਸੇ ਦੇਖਿਆ 45 × 2 90 ਤੇ ਪੂਰਾ ਵੰਡਿਆ ਗਿਆ ਅਤੇ ਆਪਣੇ ਕੋਲ ਬਾਕੀ ਕੀ ਆ ਗਿਆ? 0। ਹੁਣ ਆਪਾਂ ਉਰੇ ਦੇਖੀਏ ਆਪਣੇ ਕੋਲ ਕਿੰਨੇ ਸਟੈਪ ਬਣਦੇ ਨੇ। ਜਿੱਥੇ ਆਪਾਂ ਪੂਰਾ ਕੀਤਾ ਇਹ ਪਹਿਲਾ ਸਟੈਪ, ਇੱਥੋਂ ਦੀ ਆਪਣਾ ਦੂਜਾ ਸਟੈਪ, ਇੱਥੋਂ ਦੀ ਆਪਣਾ ਤੀਜਾ ਸਟੈਪ। ਫਿਰ ਆਪਾਂ ਇਸ ਨੂੰ ਇਹਦਾ ਮਤਲਬ ਜਦੋਂ ਆਪਾਂ ਪੂਰਾ ਕਰ ਲਿਆ ਆਪਾਂ ਨੂੰ ਪਤਾ ਲੱਗ ਗਿਆ 3 ਸਟੈਪ ਹੋਇਆ, ਪਰ ਲਾਸਟ ਵਿੱਚ ਆਪਾਂ ਕੀ ਦੇਖਿਆ ਸੀ? ਸਾਡਾ 45 ਜਿਹੜਾ ਕਿ ਪੂਰਾ ਇਹਨੂੰ ਬਣਦਾ। ਆਪਾਂ ਨੂੰ ਪਤਾ ਤਾਂ ਲੱਗ ਗਿਆ ਕਿ ਸਾਡਾ ਜਿਹੜਾ 45 ਹੈ ਉਹ ਕੀ ਹੈ? ਸਾਡਾ ਇਹਦਾ
HCF है। बस इनू आपां लिखना किहड़ी विधि च, यूक्लिड वंड विधि च। वंड विधि की हुंदी सी, A इक्वल टू B इंटू क्यू प्लस R। ਇਹਦੀ ਵੰਡ ਵਿੱਚ ਆਪਾਂ ਇਹਨੂੰ ਲਿਖਣਾ ਆ, ਇਹਦੀ ਆਪਾਂ ਤਰਤੀਬ 'ਚ ਲਿਖਣਾ। ਪਹਿਲਾ ਸਟੈਪ ਕੀ ਸੀ ਆਪਣੇ ਕੋਲੇ, ਸ਼ਾਬਾਸ਼। ਪਹਿਲੇ ਸਟੈਪ 'ਚ ਆਪਣੇ ਕੋਲੇ ਕੀ ਲਿਖਾਂਗੇ ਆਪਾਂ, ਪਹਿਲੇ ਸਟੈਪ 'ਚ 225 ਬਰਾਬਰ 135 ਗੁਣਾ ਕਿੰਨੇ 'ਤੇ ਗਿਆ 1 'ਤੇ ਜਮਾ ਬਾਕੀ ਕਿੰਨਾ ਆ ਗਿਆ ਸੀ ਆਪਣੇ ਕੋਲੇ 90। ਸ਼ਾਬਾਸ਼। ਹੁਣ ਦੂਜੇ ਸਟੈਪ ਦੇ ਵਿੱਚ 135 ਅੰਦਰ ਆ ਗਿਆ ਅਤੇ ਇਹ 35 ਆਪਣਾ ਕੀ ਬਣ ਗਿਆ ਸੀ ਆ ਭਾਜਫਲ, ਜਿਹਦੇ ਨਾਲ ਅਸੀਂ ਮਤਲਬ ਜਿਹਨੂੰ ਅਸੀਂ ਭਾਗ ਕਰਨਾ। ਕਿੰਨੇ 'ਤੇ ਭਾਗ ਕਰ ਰਹੇ ਆਪਾਂ 90 'ਤੇ, ਕਿੰਨੇ 'ਤੇ ਜਾ ਰਿਹਾ 1 'ਤੇ, ਬਾਕੀ ਕਿੰਨਾ ਬਚ ਰਿਹਾ 45। ਤੀਜਾ ਸਟੈਪ ਕੀ ਸੀ ਆਪਣੇ ਕੋਲੇ, 90 ਅੰਦਰ ਗਿਆ 45 ਨਾਲ ਭਾਗ ਕੀਤਾ 2 'ਤੇ ਵੰਡਿਆ ਗਿਆ ਬਾਕੀ 0। ਮਤਲਬ ਤੁਸੀਂ ਇਹ ਦੇਖਣਾ ਜਿਹੜਾ 0 ਵਾਲਾ ਸਟੈਪ ਹੋਏਗਾ, ਜਿੱਥੇ 0 ਆ ਗਿਆ, ਜਿਵੇਂ ਉਰੇ ਵੀ 0 ਆਇਆ ਸੀ, ਉਰੇ ਵੀ 0 ਆਇਆ ਸੀ, ਜਿਹਨੇ 0 ਬਣਾਇਆ ਉਹ ਸਾਡਾ HCF ਹੁੰਦਾ। ਮਤਲਬ ਜਿਹਨੂੰ ਆਪਾਂ ਬੋਲਦੇ ਹਾਂ ਮਸਵ। ਤਾਂ ਸਾਡਾ ਇੱਥੇ 45 ਕੀ ਆ ਗਿਆ ਮਸਵ। ਇਹ ਆਪਣੇ ਮਸਵ ਦੇ 2 ਸਵਾਲ ਆਪਾਂ ਅੱਜ ਕੀਤੇ ਨੇ। ਅਗਲੀ ਵੀਡੀਓ ਦੇ ਵਿੱਚ ਆਪਾਂ 2-3 ਸਵਾਲ ਹੋਰ ਕਰਾਂਗੇ। ਇਸ ਕਰਕੇ ਥੋੜ੍ਹਾ ਜਿਹਾ ਮੈਂ ਤੁਹਾਨੂੰ ਅੱਜ ਕੰਮ ਦੇ ਕੇ ਜਾ ਰਿਹਾ, ਥੋੜ੍ਹੇ 2-3 ਸਵਾਲ ਬੜੇ ਛੋਟੇ ਛੋਟੇ, ਮਤਲਬ ਕੋਈ ਜ਼ਿਆਦਾ ਵੱਡੇ ਸਵਾਲ ਨਹੀਂ ਮੈਂ ਦੇ ਰਿਹਾ। ਪਹਿਲਾ ਸਵਾਲ ਜਿਵੇਂ 45 60 ਦਾ HCF ਮਤਲਬ ਮਸਵ ਲੱਭੋ, ਫਿਰ 90 150 ਦਾ HCF ਲੱਭੋ। ਇਹ 2 ਸਵਾਲ ਤੁਸੀਂ ਕਰੋ ਅਤੇ ਬਾਕੀ ਫਿਰ ਆਪਾਂ ਅਗਲੇ ਵੀਡੀਓ ਦੇ ਵਿੱਚ ਕੋਈ ਇਹਦਾ ਇੱਕ ਅੱਧਾ ਹੋਰ ਸਵਾਲ ਕਰਕੇ ਦਿਖਾਵਾਂਗਾ ਤੁਹਾਨੂੰ, ਜਿਹੜਾ ਕਿ ਥੋੜ੍ਹਾ ਜਿਹਾ ਟਫ ਹੈ, ਥੋੜ੍ਹਾ ਟੈਕਨੀਕਲ ਹੈ। ਉਮੀਦ ਕਰਦਾ ਤੁਸੀਂ ਇਸ ਨੂੰ ਸਮਝੋਗੇ, ਪੜ੍ਹੋਗੇ, ਵਾਰ-ਵਾਰ ਦੇਖੋਗੇ। ਜਿੱਥੇ ਨਹੀਂ ਆਏਗਾ ਉਹ ਤੁਸੀਂ ਮੈਨੂੰ ਪੁੱਛੋਗੇ। ਧੰਨਵਾਦ।